Morning students, your next chapter 15 electric currents and its effect. So chapter 15 electric current and its effect. ਅਸੀਂ ਇਹ ਚੈਪਟਰ ਕਿਉਂ ਕਰ ਰਹੇ ਹਾਂ ਕਿਉਂਕਿ ਜੇ ਤੁਹਾਨੂੰ ਯਾਦ ਹੋਵੇ ਤਾਂ 6th ਕਲਾਸ ਦੇ ਵਿੱਚ ਜਿਹੜੀ ਲਾਸਟ ਟਰਮ ਸੀ ਉਹਦੇ ਵਿੱਚ ਆਪਾਂ ਇਹ ਚੈਪਟਰ ਕੀਤਾ ਸੀ ਇਲੈਕਟ੍ਰਿਕ ਕਰੰਟ ਵਾਲਾ। ਠੀਕ ਆ, ਇਸ ਲਈ ਇਹ ਉਹਦੇ ਨਾਲ ਰਿਲੇਟਡ ਆ ਤੇ ਤੁਹਾਡੇ ਫਰੈਸ਼ ਆ ਲਰਨ ਆ, ਤਾਂ ਕਰਕੇ ਮੈਂ ਚੈਪਟਰ ਕਰਾ ਰਹੀ ਹਾਂ। ਇਹ ਉਹਦੇ ਨਾਲ ਰਿਲੇਟਡ ਆ, ਬਾਅਦ ਵਿੱਚ ਲੇਟ ਕਰਵਾਉਣ ਦਾ ਫਿਰ ਤੁਸੀਂ ਪਿਛਲਾ ਵੀ ਭੁੱਲ ਜਾਂਦੇ ਹੋ। ਸੋ ਫਸਟ ਵੀ ਆਰ ਸਟਾਰਟਿੰਗ ਫਰੋਮ ਹੇਅਰ। You have already studied above the electric current and simple electric circuit in the previous class. ਪਿਛਲੀ ਕਲਾਸ ਦੇ ਵਿੱਚ ਉਹ ਕਹਿੰਦਾ ਤੁਸੀਂ ਇਲੈਕਟ੍ਰਿਕ ਕਰੰਟ ਤੇ ਇਲੈਕਟ੍ਰਿਕ ਸਰਕਿਟ ਦੋਨਾਂ ਬਾਰੇ ਪੜ੍ਹਿਆ ਆ। ਠੀਕ ਆ, ਉਹ ਹੁਣ ਤੁਹਾਨੂੰ ਥੋੜ੍ਹੀ ਜਿਹੀ ਪਿਛਲਿਓਂ ਰਿਕਾਲ ਕਰਦਾ ਆ, ਮਤਲਬ ਯੂਅਰ ਪ੍ਰੀਵੀਅਸ ਨੌਲੇਜ, ਮਤਲਬ ਜਿਹੜਾ ਆਪਾਂ ਪਿੱਛੇ ਪੜ੍ਹਿਆ ਉਹਨੂੰ ਰਿਪੀਟ ਕਰ ਰਿਹਾ ਹੈ ਸਿੰਪਲ ਸਰਕਿਟ ਇਲੈਕਟ੍ਰਿਕ ਸਰਕਿਟ ਸ਼ੋ ਕਰਕੇ। ਉਹਦੀ ਡਾਇਗਰਾਮ ਬਣਾ ਰਿਹਾ ਤੇ ਉਹਦੇ ਲੇਬਲ ਕਰ ਰਿਹਾ ਉਹਦੇ ਡਿਫਰੈਂਟ ਜਿਹੜੇ ਕੰਪੋਨੈਂਟਸ ਨੇ। In this pic they have shown you a cell that have two terminal, positive terminal and negative terminal. This is a switch that is in off condition ਜੇ ਉੱਪਰ ਨੂੰ ਚੱਕੀ ਹੁੰਦੀ, that is in on condition ਜੇ ਉੱਪਰ ਨੂੰ ਚੱਕੀ ਹੁੰਦੀ ਤਾਂ ਉਹ ਆਫ ਹੋ ਜਾਣੀ ਸੀ। on ਬੱਲਬ ਤੁਹਾਡਾ ਗਲੋ ਕਰ ਰਿਹਾ ਕਿਉਂਕਿ ਸਵਿਚ ਤੁਹਾਡੀ ਔਨ ਆ। ਦੀਜ਼ ਆਰ ਦਾ ਵਾਇਰਸ। ਜੇ ਤੁਹਾਨੂੰ ਇਹ ਡਾਇਗਰਾਮ ਯਾਦ ਹੋਵੇ ਆਪਾਂ 6th ਕਲਾਸ 'ਚ ਕੀਤੀ ਸੀਗੀ। ਦੀਜ਼ ਆਰ ਕੰਡਕਟਿੰਗ ਵਾਇਰਸ ਨੇ ਤੁਹਾਡੇ ਕੋਲੇ। ਸੈੱਲ ਆ ਪੁੱਤ ਜਿੱਥੋਂ ਐਨਰਜੀ ਪੈਦਾ ਹੋਣੀ ਆ, ਇਸ ਐਨਰਜੀ ਆ ਵਾਇਰਸ ਦੇ ਰਾਹੀਂ ਬੱਲਬ ਤੱਕ ਜਾਣੀ ਆ। ਠੀਕ ਆ, ਸਵਿਚ ਤੁਹਾਡੀ ਔਨ ਆ ਤਾਂ ਵਾਇਰ ਤੱਕ ਬੱਲਬ ਤੱਕ ਪਹੁੰਚੂਗੀ, ਸਵਿਚ ਔਨ ਨਹੀਂ ਹੈਗੀ ਤਾਂ ਨਹੀਂ ਪਹੁੰਚੂਗੀ ਤੇ ਬੱਲਬ ਤੁਹਾਡਾ ਗਲੋ ਕਰੂਗਾ। ਬੱਲਬ ਨੂੰ ਅਸੀਂ ਕਹਿ ਦਿੰਦੇ ਹਾਂ ਲੋਡ। ਬੱਲਬ ਜਿੱਥੇ ਚੀਜ਼ ਜਾਣੀ ਚੱਲ ਰਹੀ ਆ, ਫਰਿੱਜ, ਰੈਫਰੀਜਰੇਟਰ, ਤੁਹਾਡਾ ਫੈਨ, ਇਹ ਕਿਹਾ ਗਿਆ ਲੋਡ। ਤੇ ਜਿਹੜੇ ਉਹਨਾਂ ਨੂੰ ਦੇ ਰਹੇ ਨੇ ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ, ਜਿਹੜੇ ਉਹਨਾਂ ਨੂੰ ਐਨਰਜੀ ਦੇ ਰਹੇ ਨੇ, ਸੋਰਸ ਆਫ ਐਨਰਜੀ। ਫਲੋ ਆਫ ਇਲੈਕਟ੍ਰੀਕਲ ਐਨਰਜੀ is called electrical circuit. ਐਨਰਜੀ ਦੇ ਫਲੋ ਨੂੰ ਹੀ ਅਸੀਂ ਇਲੈਕਟ੍ਰਿਕ ਸਰਕਿਟ ਕਹਿੰਦੇ ਹਾਂ। the path along which the electric current ਕਹਿੰਦੇ ਹਾਂ। flow of energy is called electric current. ਐਨਰਜੀ ਦੇ ਫਲੋ ਨੂੰ ਹੀ ਅਸੀਂ ਇਲੈਕਟ੍ਰਿਕ ਕਰੰਟ ਕਹਿੰਦੇ ਹਾਂ। ਕਰੰਟ ਬੋਲਦੇ ਆ ਨਾ ਅਸੀਂ, ਉਹ ਕੀ ਆ, ਫਲੋ ਆਫ ਐਨਰਜੀ। ਉਹਦੇ ਅੰਦਰ ਐਨਰਜੀ ਮੂਵ ਕਰਦੀ ਆ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਨੂੰ ਜਾ ਰਹੀ ਆ, ਉਹਨੂੰ ਅਸੀਂ ਕਰੰਟ ਕਹਿ ਦਿੰਦੇ ਹਾਂ। ਹੁਣ ਜਿਹੜੇ ਰਸਤੇ ਰਾਹੀਂ ਜਾ ਰਹੀ ਆ ਉਹਨੂੰ ਇਲੈਕਟ੍ਰਿਕ ਸਰਕਿਟ ਕਹਿੰਦੇ ਆ। ਦਾ ਪਾਥ ਅਲੋਂਗ ਵਿਚ ਦਾ ਇਲੈਕਟ੍ਰਿਕ ਕਰੰਟ ਫਲੋਜ਼, ਜਿਹੜੇ ਰਸਤੇ ਰਾਹੀਂ ਇਲੈਕਟ੍ਰਿਕ ਕਰੰਟ ਫਲੋ ਕਰਦਾ, ਦੈਟ ਇਜ਼ ਕਾਲਡ ਦਾ ਇਲੈਕਟ੍ਰਿਕ ਸਰਕਿਟ। ਉਹਨੂੰ ਅਸੀਂ ਇਲੈਕਟ੍ਰਿਕ ਸਰਕਿਟ ਕਹਿੰਦੇ ਆ। ਦਿਸ ਪਾਥ ਆਲ ਇਲੈਕਟ੍ਰਿਕ ਕਰੰਟ ਫਲੋ ਕਰ ਰਿਹਾ, ਇਹਨੂੰ ਅਸੀਂ ਕਹਾਂਗੇ ਇਲੈਕਟ੍ਰਿਕ ਸਰਕਿਟ। ਸਰਕਿਟ ਡਾਇਗਰਾਮ। ਸਰਕਿਟ ਡਾਇਗਰਾਮ ਜੇ ਤੁਹਾਨੂੰ ਯਾਦ ਹੋਵੇ ਆਪਾਂ 6th ਕਲਾਸ ਦੇ ਵਿੱਚ ਵੀ ਮੈਂ ਤੁਹਾਨੂੰ ਡਰਾ ਕਰਨੀ ਸਿਖਾਈ ਸੀ। ਫਿਗਰ 15.1 this one shows how different components in an electric circuit are connected in a loop. ਅਲੱਗ-ਅਲੱਗ ਕੰਪੋਨੈਂਟਸ, ਇਹਨਾਂ ਨੂੰ ਕੰਪੋਨੈਂਟਸ ਕਹਿ ਦਿੰਦੇ ਨੇ, ਕਿਵੇਂ ਇੱਕ ਦੂਸਰੇ ਦੇ ਨਾਲ ਕਨੈਕਟਡ ਹੋਏ ਨੇ, ਇੱਕ ਲੂਪ ਬਣਦੀ ਆ। but it is not always easy to sketch the diagram of each component. ਹਰੇਕ ਕੰਪੋਨੈਂਟ ਦੀ ਡਾਇਗਰਾਮ ਬਣਾਉਣੀ ਇੰਨੀ ਈਜ਼ੀ ਨਹੀਂ ਹੈਗੀ। ਠੀਕ ਆ, ਹਰੇਕ ਵਾਰੀ ਬੱਲਬ ਦੀ ਡਾਇਗਰਾਮ ਬਣਾਉਣੀ, ਇਹ ਬਣਾਉਣੀ, ਇਹ ਈਜ਼ੀ ਨਹੀਂ। therefore standard symbols are used to represent the components of circuit. ਸਰਕਿਟ ਦੇ ਕੰਪੋਨੈਂਟਸ ਨੂੰ ਸ਼ੋ ਕਰਨ ਦੇ ਲਈ ਸਾਡੇ ਕੋਲੇ ਕੁਝ ਸਿੰਬਲਸ ਨੇ। ਸਟੈਂਡਰਡ ਸਿੰਬਲਸ ਮੀਨ ਜਿਹੜੇ ਹਮੇਸ਼ਾ ਹੀ ਤੇ ਹਰੇਕ ਜਗ੍ਹਾ ਤੇ ਉਹੀ ਸਿੰਬਲ ਯੂਜ਼ ਹੁੰਦੇ ਆ ਸਰਕਿਟ ਡਾਇਗਰਾਮ ਵਾਸਤੇ, ਚਾਹੇ ਤੁਸੀਂ ਇੰਡੀਆ 'ਚ ਹੋ ਚਾਹੇ ਤੁਸੀਂ ਬਾਹਰ ਹੋ। So they are called the standard symbols that are used to represent the components of circuit. Circuit diagram is defined as the representation of an electric circuit using standard symbols. A circuit diagram ਕੀ ਆ? A circuit diagram ਕੀ ਆ? ਉਹ
रिप्रजेंटेशन ऑफ इलैक्ट्रिक सर्किट, इलैक्ट्रिकल सर्किट नूं रिप्रजेंट करदी आ यूजिंग स्टैंडर्ड सिंबल, जिहदे च असीं सिंबल यूज़ करने। इत्थे तां सीधी डायग्राम बनाती ना बिना सिंबल्स तो, ਇਹਦੇ ਵਿੱਚ ਸਿੰਬਲ ਯੂਜ਼ ਕਰਦੇ ਆ। ਹੁਣ ਕੁਝ ਸਿੰਬਲਸ ਤੁਹਾਨੂੰ ਸ਼ੋ ਕਰ ਰਿਹਾ 6 ਕਲਾਸ 'ਚ ਸਿੰਬਲਸ ਕਰਾਏ ਹੋਏ ਨੇ, ਪਰ ਇੱਥੇ ਉਹਨੇ ਫੇਰ ਰਿਪੀਟ ਕਰਤੇ ਨੇ। ਜਿਹੜਾ ਆਪਣਾ ਸੈੱਲ ਹੁੰਦਾ ਆ ਉਹਨੂੰ ਅਸੀਂ ਇੱਕ ਵੱਡੀ ਲਾਈਨ ਫਿਰ ਛੋਟੀ ਫਿਰ ਵੱਡੀ ਫਿਰ ਛੋਟੀ, ਇੱਕ ਸਾਈਡ 'ਤੇ ਪੋਜ਼ਿਟਿਵ ਲਿਖਦੇ ਹਾਂ, ਇੱਕ ਸਾਈਡ 'ਤੇ ਨੈਗੇਟਿਵ ਲਿਖਦੇ ਹਾਂ, ਇਸ ਤਰ੍ਹਾਂ ਰਿਪਰਜੈਂਟ ਕਰਦੇ ਹਾਂ। ਜੇ ਤੁਹਾਡੀ ਸਵਿਚ ਆਫ ਆ ਤਾਂ ਤੁਹਾਡੇ ਕੋਲ 2 ਡਾਟਸ ਲਾ ਕੇ ਇੱਥੋਂ ਉੱਪਰੋਂ ਖੁੱਲੀ ਹੁੰਦੀ ਆ, ਜੇ ਸਵਿਚ ਔਨ ਆ ਤਾਂ ਉਹ ਉੱਪਰੋਂ ਕਲੋਜ਼ ਹੁੰਦੀ ਆ। ਬੱਲਬ ਨੂੰ ਹਮੇਸ਼ਾ ਅਸੀਂ ਇਸ ਤਰ੍ਹਾਂ ਕਰਦੇ ਹਾਂ, ਆ ਦਿਖਾਇਆ ਨਾ ਐਂ ਕਰਕੇ, ਇਹ ਬੱਲਬ ਦਾ ਸਾਈਨ ਸ਼ੋ ਕਰ ਰਿਹਾ ਆ, ਠੀਕ ਆ। ਇਹਨਾਂ ਨੇ ਉੱਪਰ ਨੂੰ ਸ਼ੋ ਐ ਬੱਲਬ ਦਾ ਸਾਈਨ ਸ਼ੋ ਕਰ ਰਿਹਾ ਤੁਹਾਡੇ ਕੋਲੇ। ਨੈਕਸਟ ਵਨ ਆ ਤੁਹਾਡੇ ਕੋਲੇ ਸਿੰਪਲ ਲਾਈਨ, ਤੁਹਾਡੇ ਕੋਲੇ ਵਾਇਰ ਨੂੰ ਸ਼ੋ ਕਰ ਰਹੀ ਹੈ ਬੈਟਰੀ। ਹੁਣ ਅਸੀਂ ਬੈਟਰੀ ਕਿਵੇਂ ਸ਼ੋ ਕਰਨੀ ਹੈ? ਬੈਟਰੀ ਦੇ ਵਿੱਚ ਆਹੀ ਸੈੱਲ 2 ਵਾਰੀ ਲਾ ਦੇਣੇ ਨੇ, ਥੋੜਾ ਫਰਕ ਛੱਡ ਕੇ ਫੇਰ ਲਾਉਣੇ ਨੇ, पॉजिटिव नेगेटिव, फिर डिफरेंस पॉजिटिव नेगेटिव टर्मिनल। वाइल ड्राइंग ए सर्किट डायग्राम वी शुड टेक केयर ऑफ द फॉलोइंग थिंग्स। हमेशा आ चीज़ां ध्यान च रखनियां ने जदों असी सर्किट डायग्राम मीनस इन्हां सिंबल की हैल्प दे नाल डायग्राम रिप्रजेंट करनी है। मार्क द पॉजिटिव एंड नैगेटिव टर्मिनल्स ऑफ सैल और बैटरी सिंबल्स। हमेशा पॉजिटिव नैगेटिव टर्मिनल बनाने ही बनाने ने, पॉजिटिव नैगेटिव ਇਹ ਦੋਨੇ ਆਪਸ ਦੇ ਵਿੱਚ ਇਹ ਨਹੀਂ ਆਪਸ 'ਚ ਕਨੈਕਟ ਹੋਣੇ ਚਾਹੀਦੇ, ਇਸ ਤੋਂ ਬਾਅਦ ਕਨੈਕਟ ਹੋਵੇ। ਫਿਰ ਤੁਹਾਡਾ ਕੀ ਆ ਜਾਣਾ ਪੋਜ਼ਿਟਿਵ, ਫਿਰ ਤੁਹਾਡਾ ਕੀ ਆ ਜਾਣਾ ਨੈਗੇਟਿਵ। ਦਿਸ ਵਨ ਇਜ਼ ਪੋਜ਼ਿਟਿਵ, ਦਿਸ ਵਨ ਇਜ਼ ਨੈਗੇਟਿਵ। ਪੋਜ਼ਿਟਿਵ ਵੱਡੀ ਲਾਈਨ ਆ, ਨੈਗੇਟਿਵ ਛੋਟੀ ਆ, ਨੈਗੇਟਿਵ ਫਿਰ ਪੋਜ਼ਿਟਿਵ ਨਾਲ ਕਨੈਕਟਡ ਆ, ਪੋਜ਼ਿਟਿਵ ਫਿਰ ਵੱਡੀ ਲਾਈਨ ਆ, ਫਿਰ ਨੈਗੇਟਿਵ ਆ, ਫਿਰ ਤੁਹਾਡਾ ਕੀ ਆ ਗਿਆ ਨੈਕਸਟ ਵਾਇਰ ਸ਼ੋ ਕਰਤੀ। ਕਹਿੰਦਾ ਡਾਇਰੈਕਸ਼ਨ ਕਰੰਟ ਦੀ ਪਹਿਲਾ ਸੀਗਾ ਪੋਜ਼ਿਟਿਵ ਤੇ ਨੈਗੇਟਿਵ ਟਰਮੀਨਲ ਬੈਟਰੀ ਦਾ ਜ਼ਰੂਰ ਸ਼ੋ ਕਰੋ। ਸੈਕਿੰਡ ਆ ਸ਼ੋ ਦ ਡਾਇਰੈਕਸ਼ਨ ਆਫ ਕਰੰਟ ਬਾਏ ਐਰੋ ਸਟਾਰਟਿੰਗ ਫਰੋਮ ਪੋਜ਼ਿਟਿਵ ਟਰਮੀਨਲ ਟੂ ਨੈਗੇਟਿਵ ਟਰਮੀਨਲ। ਕਰੰਟ ਕਿੱਧਰੋਂ ਕਿੱਧਰ ਨੂੰ ਮੂਵ ਕਰ ਰਿਹਾ ਉਹਨੂੰ ਅਸੀਂ ਐਰੋਜ਼ ਨਾਲ ਸ਼ੋ ਕਰੋ, ਤੇ ਹਮੇਸ਼ਾ ਕਰੰਟ ਪੋਜ਼ਿਟਿਵ ਤੋਂ ਨੈਗੇਟਿਵ ਕਰਨੀ ਨੂੰ ਜਾਂਦਾ, ਇੱਥੋਂ ਹਮੇਸ਼ਾ ਕਰੰਟ ਮੀਨਸ ਐ ਆਪਾਂ ਐਰੋ ਸ਼ੋ ਕਰਾਂਗੇ, ਪੋਜ਼ਿਟਿਵ ਥਰੂ ਨੈਗੇਟਿਵ ਜਾਂਦਾ ਆ ਹਮੇਸ਼ਾ। ਟੇਕ ਕੇਅਰ ਵੈਦਰ ਦਾ ਸਵਿਚ ਇਜ਼ ਆਫ ਐਂਡ ਔਨ ਰਿਪਰਜੈਂਟ ਬੱਲਬ ਸਿੰਬਲ। ਜੇ ਤਾਂ ਆਫ ਆ ਤਾਂ ਬੱਲਬ ਗਲੋ ਨਾ ਕਰੋ, ਜੇ ਔਨ ਆ ਤਾਂ ਬੱਲਬ ਗਲੋ ਕਰੋ। ਹੇਅਰ ਦੇ ਹੈਵ ਡਰਾਨ 2 ਸਰਕਿਟ ਡਾਇਗਰਾਮਸ। ਨੰਬਰ 1 ਇਹ ਡਾਇਗਰਾਮ ਦੇ ਵਿੱਚ ਉਹਨਾਂ ਨੇ ਕੀ ਦਿਖਾਇਆ ਤੁਹਾਨੂੰ, ਪੋਜ਼ਿਟਿਵ ਨੈਗੇਟਿਵ ਟਰਮੀਨਲ ਸ਼ੋ ਕਰਤੇ, ਬੈਟਰੀ ਦੇ ਵਿੱਚ ਓਪਨ ਸਰਕਿਟ ਆ। ओपन सर्किट मीनस आ स्विच ऑफ कंडीशन च ओपन आ, स्विच ऑफ आ तो बल्ब की करता उन्होंने ग्लो करता, ये डायग्राम गलत आ। नीचे उन्होंने डायग्राम बनाई आ क्लोज्ड सर्किट दी, स्विच ऑफ आ तो दैट मीन बल्ब ग्लो कर रहा, सही आ। तो हमेशा की दिखाए ने पॉजिटिव नैगेटिव टर्मिनल भी लाए हुए, फर्स्ट पॉइंट आ। सैकेंड पॉइंट उन्होंने दिखाया हुआ एरोज दिखाए हुए, करंट किधरों किधर नूं मूव कर रहा, करंट हमेशा पॉजिटिव तो आ देखो पॉजिटिव टर्मिनल तो उपर नैगेटिव में जाता, पॉजिटिव नैगेटिव ऐ करंट फ्लो करता, ऐ करंट फ्लो करता तो स्विच ऑफ आ तो तुहाडा बल्ब ग्लो करता दिखाया हुआ। दिस वन इज़ द राइट डायग्राम। नैक्सट वी कम टू प्रिकॉशनस। सानू प्रिकॉशन किहड़ियां चीज़ों का ध्यान रखना चाहिए जदों असीं इस तरह दी सर्किट डायग्राम्स बना रहे हैं। नैवर टच ए वेयर वायर अटैचड इन ए सर्किट विद वैट हैंड्स। कदे भी पुत्र जी अपने हत्थां दे नाल, वैट नहीं वैसे भी हैंड्स दे नाल, बेयर हुंदा जिहड़ी तार नंगी आ जिहदे उपर कवर नहीं प्लास्टिक दा, उहनूं टच ना करो, इट गिव ए फाटल शॉक। डू नॉट टच ए स्विच विद वैट हैंड्स। गिले हत्थां नाल भी ना यूज़ करो, बिकॉज वाटर इज़ ए गुड कंडक्टर ऑफ इलैक्ट्रिसिटी, ते तुहानूं शॉक लग सकदा है। यूज़ ऑल इलैक्ट्रिक सैल्स टू परफॉर्म ऑल दीज एक्टिविटीज़। इन्हां लई सैल्स ही यूज़ करो, ये नहीं हैगा कि तुसीं इहो जिहियां एक्टिविटीज़ करन दे लई कुछ बैटरी वगैरह वड्डी यूज़ कर दवो जां तुसीं इलैक्ट्रिसिटी यूज़ करो, दैट इज़ वेरी वेरी रॉन्ग। यू कैन नॉट सेव योर लाइफ। सो हमेशा इलैक्ट्रिक सैल यूज़ करो जे तुसीं इस तरह की एक्टिविटीज़ घरे करके ही देखणियां ने। मोस्ट ऑफ द एप्लायंसिस वी नीड मोर दैन
2 cells and is called battery। कहना कई चीज़ों वास्ते सानू एक सैल नालों वध सैल्स की जरूरत पैंदी है। जो एक तो वध सैल आपस च जुड़े हुंदे ने उहनूं असीं कहने आ बैटरी। सैल्स इन ए बैटरी वी कैन बी कनैक्टड इन 2 वेज। बैटरी दे विच सैल 2 तरीके नाल जुड़दे आ, सीरीज़ दे विच ते पैरलल। हुण सीरीज़ की आ, पॉजिटिव टर्मिनल ऑफ वन सैल इज कनैक्टेड टू नैगेटिव टर्मिनल ऑफ अदर सैल। दिस वन पिक 15.4 दी ए डायग्राम सीरीज़ आ। एक दा पॉजिटिव टर्मिनल दूजे दे नैगेटिव टर्मिनल आ, ਇਹਦਾ पॉजिटिव ਇਹਦੇ नैगेटिव नाल, ਇਹਦਾ पॉजिटिव ਇਹਦੇ नैगेटिव नाल, पॉजिटिव नैगेटिव नाल। एक दा पॉजिटिव दूसरे दे नैगेटिव नाल जुड़िया होवे सीरीज़ च, एक दे पिछे एक दे पिछे एक, इहनूं असीं सीरीज़ कहने आ। पैरलल दे विच की आ, पॉजिटिव टर्मिनल ऑफ ऑल सैल्स आर कनैक्टेड विद ए वायर एंड नैगेटिव टर्मिनल ऑफ ऑल सैल्स आर कनैक्टेड विद अदर वायर। ਇਹ वाली पैरलल आ, पैरलल ने एक दूजे दे पए, सारे पॉजिटिव एक वायर नाल जुड़े हुए ने, सारे नैगेटिव अलग एक वायर नाल जुड़ के। ਇਹਦੇ ਵਿੱਚ सीरीज़ ਦੇ ਵਿੱਚ ਇਹ आपस 'ਚ जुड़े हुए ने, एक दा पॉजिटिव दूजे दे नैगेटिव, पॉजिटिव नैगेटिव नाल। ਇਹਦੇ ਵਿੱਚ ਸਾਰੇ पॉजिटिव एक वायर नाल जुड़े हुए ने, सारे नैगेटिव एक वायर नाल जुड़े हुए ने। ਇਹ पैरलल करंट आ। ਇਹ सीरीज़ ਦਾ मतलब आ कि इन्हां सारिਆਂ ਇਹ ਤੁਹਾਨੂੰ ਅੱਗੇ ਦਿਖਾ ਦਿੰਦੀ ਹਾਂ, ਮੈਂ ਦੱਸ ਦਿੰਦੀ ਹਾਂ। ਜਿਹੜੀਆਂ ਤੁਹਾਡੇ ਘਰੇ ਲੜੀਆਂ ਹੁੰਦੀਆਂ ਨੇ ਉਹ ਸੀਰੀਜ਼ 'ਚ ਲੱਗੀਆਂ ਹੁੰਦੀਆਂ ਨੇ, ਇੱਕ ਦੇ ਬਾਅਦ ਇੱਕ ਦੇ ਬਾਅਦ ਇੱਕ ਗਲੋ ਕਰਦੀ ਜਾਂਦੀ ਆ। ਪਰ ਜਿਹੜਾ ਸਾਡੇ ਘਰਾਂ ਦੇ ਵਿੱਚ ਆਮ ਕਰੰਟ ਆ ਉਹ ਪੈਰਲਲ ਜਾਂਦਾ ਹੁੰਦਾ ਆ, ਕਿ ਜੇ ਅਸੀਂ ਬੱਲਬ ਨੂੰ ਦੀ ਸਵਿੱਚ ਔਨ ਕੀਤੀ ਹੈ ਤਾਂ ਬੱਲਬ ਹੀ ਜਗੂ। ਇਹ ਨਹੀਂ ਜੇ ਬੱਲਬ ਦੇ ਰਸਤੇ ਦੇ ਵਿੱਚ ਕੋਈ ਹੋਰ ਚੀਜ਼ ਪੈਂਦੀ ਆ ਪਹਿਲਾਂ ਉਹ ਗਲੋ ਕਰੂਗੀ। ਫਾਰ ਐਗਜ਼ਾਮਪਲ ਜੇ ਅਸੀਂ ਫੈਨ ਔਨ ਕੀਤਾ ਰਸਤੇ ਦੇ ਵਿੱਚ ਪਹਿਲਾਂ ਬੱਲਬ ਆਉਂਦਾ ਆ, ਬੱਲਬ ਨਹੀਂ ਗਲੋ ਕਰੂ, ਸਿੱਧਾ ਫੈਨ ਔਨ ਕਰੂ, ਉਹ ਪੈਰਲਲ ਹੋ ਜਾਂਦਾ ਹੁੰਦਾ। ਠੀਕ ਆ, ਇਹਨੂੰ ਅਸੀਂ ਸੀਰੀਜ਼ 'ਚ ਕਹਿੰਦੇ ਆ। ਜਿਹੜਾ ਸੀਰੀਜ਼ 'ਚ ਲੱਗਿਆ ਹੋਇਆ, ਜਿਹੜਾ ਇੱਕ ਦੂਜੇ ਦੇ ਪੈਰਲਲ ਲੱਗੇ ਹੋਏ ਨੇ, ਵਾਇਰ ਇੱਕ ਵਾਇਰ ਨਾਲ ਜੁੜੇ ਹੋਏ ਨੇ, ਇਹ ਇੱਕ ਵਾਇਰ ਨਾਲ ਹੀ ਜੁੜੇ ਹੋਏ ਨੇ, ਇਹ ਇਹਨਾਂ ਦੀ ਅਲੱਗ ਵਾਇਰ ਆ, ਇਹਨਾਂ ਦੀ ਅਲੱਗ ਵਾਇਰ ਆ, ਇਹ ਪੈਰਲਲ ਆ।